ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਭਾਰਤ ਦੇ ਜਿਹੜੇ ਜੱਜ ਨੇ ਉਹ ਭੋਰੇ ਚੋਂ ਬਾਹਰ ਆਏ। ਮਤਲਬ ਕੀ ਉਹ ਭੋਰੇ 'ਚ ਰਹਿੰਦੇ ਨੇ, ਬਾਹਰ ਦੀ ਦੁਨੀਆ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਹੋ ਰਿਹਾ, ਕਿਉਂਕਿ ਵਕੀਲ ਹੀ ਦੱਸਦੇ ਨੇ ਉਹਨਾਂ ਨੂੰ ਕਿ ਜੀ ਬਾਹਰ ਆਹ ਕੁਝ ਹੋਇਆ, ਫਿਰ ਉਹ ਤੋਂ ਬਾਅਦ ਉਹ ਅਗਲੀ ਗੱਲ ਕਰਦੇ ਨੇ। ਅੱਜ ਉਹਨਾਂ ਨੇ ਕਿਹਾ ਵੀ ਜਿਹੜੇ 3 ਕਾਲੇ ਕਾਨੂੰਨ ਨੇ ਉਹ ਹੋਲਡ ਤੇ ਪਾਏ ਜਾਣ। ਮਤਲਬ ਹੋਲਡ ਤੇ ਪਾਉਣ ਦਾ ਕਿ ਜੀ ਕਾਨੂੰਨਾਂ ਨੂੰ ਹੋਲਡ ਤੇ ਪਾ ਦਿੰਦੇ ਆ, ਇੱਕ ਕਮੇਟੀ ਬਣਾ ਦਿੰਦੇ ਆ। ਕਮੇਟੀ ਬਣਾਉਣ ਤੋਂ ਬਾਅਦ ਲੋਕ ਧਰਨੇ ਚੱਕ ਲੈਣਗੇ, ਘਰਾਂ ਨੂੰ ਚਲੇ ਜਾਣਗੇ, ਉਹ ਤੋਂ ਬਾਅਦ ਕਾਨੂੰਨਾਂ ਨੂੰ ਫੇਰ ਲਾਗੂ ਕਰ ਦਾਂਗੇ। ਬੜੇ ਸਿਆਣੇ ਜੱਜ ਨੇ, ਕਿਉਂਕਿ ਇਹ ਉਹੀ ਕੋਰਟ ਆ, ਦੱਸ ਦਈਏ ਤੁਹਾਨੂੰ, ਕਿ ਜਿਹਨੇ ਨਰਿੰਦਰ ਮੋਦੀ ਨੂੰ ਬਰੀ ਕੀਤਾ ਸੀ। ਨਰਿੰਦਰ ਮੋਦੀ ਨੇ ਗੁਜਰਾਤ ਦੇ ਵਿੱਚ ਇੰਨਾ ਲੋਕਾਂ ਦਾ ਖੂਨ ਬਹਾਇਆ, ਗਰੀਬਾਂ ਦਾ, ਜਾਤਾਂ ਦੇ ਨਾਂ ਦੇ ਉੱਤੇ ਕਤਲੇਆਮ ਕੀਤਾ। ਉਸ ਨਰਿੰਦਰ ਮੋਦੀ ਨੂੰ ਇਸੇ ਕੋਰਟ ਨੇ ਬਰੀ ਕੀਤਾ, ਕਿਉਂਕਿ ਇਹ ਰਿਲਾਇੰਸ ਨੇ ਕਿਡਨੈਪ ਕੀਤਾ ਹੋਇਆ। ਕੋਰਟ ਨੂੰ ਜਸਟਿਸ ਨੇ ਕੀ ਦੇਣਾ, ਕਿਉਂਕਿ ਜਿਹੜਾ ਵੀ ਜਿੰਨੀ ਵੀ ਸਰਕਾਰ ਆ ਇੰਡੀਆ ਦੇ ਵਿੱਚ, ਸਾਰੀ ਰਿਸ਼ਵਤਖੋਰੀ ਆ। ਉੱਥੇ ਸਾਰੀ ਰਿਸ਼ਵਤਖੋਰੀ ਚੱਲਦੀ ਆ, ਸਾਰਾ ਕੁਝ ਰਿਸ਼ਵਤ ਨਾਲ ਚੱਲਦਾ। 4 ਅਮੀਰ ਘਰਾਣੇ ਇਹ ਕੋਰਟ ਨੂੰ ਚਲਾ ਰਹੇ ਨੇ, ਉਹਨਾਂ ਦੇ ਇਹ ਜੱਜ ਨੇ। ਇਹ ਆਮ ਲੋਕਾਂ ਦੇ ਥੋੜੋ ਜੱਜ ਨੇ। ਉਦੋਂ ਭਾਰਤ ਦਾ ਕੋਰਟ ਤੇ ਜੱਜ ਕਿੱਥੇ ਸੀ ਜਦੋਂ ਵੱਡੇ ਵੱਡੇ ਖੱਡੇ ਪੱਟੇ ਸੀ ਡੀਟੀ ਰੋਡਾਂ ਦੇ ਉੱਤੇ? ਉਦੋਂ ਕੋਰਟ ਕਿੱਥੇ ਸੀ? ਉਦੋਂ ਸੁਪਰੀਮ ਕੋਰਟ ਕਿੱਥੇ ਸੀ ਜਦੋਂ ਵੱਡੇ ਵੱਡੇ ਖੱਡੇ ਪੱਟੇ ਸੀ ਸੜਕਾਂ ਦੇ ਉੱਤੇ? ਉਹ ਕੋਰਟ ਨੂੰ ਪੁੱਛ ਕੇ ਫੱਟੇ ਸੀ, ਕਿਉਂਕਿ ਕਾਨੂੰਨ ਨਾਂ ਦਾ ਕੁਝ ਹੈ ਹੀ ਨਹੀਂ। ਕਾਨੂੰਨ ਨੂੰ ਇਹ ਬੜੇ ਲੋਕ ਮੰਨਦੇ ਕਿੱਥੋਂ ਨੇ? ਕਾਨੂੰਨ ਤਾਂ ਜਿਹੜੇ ਬਣਾਏ ਜਾਂਦੇ ਨੇ ਉਹ ਗਰੀਬਾਂ ਲਈ ਬਣਾਏ ਜਾਂਦੇ ਨੇ। ਪੁਲਿਸ ਦੇ ਨਾਕੇ ਲਾਏ ਹੋਏ ਨੇ ਅਲੱਗ-ਅਲੱਗ ਬਾਰਡਰਾਂ ਦੇ ਉੱਤੇ। ਲੋਕ ਬਾਰਡਰਾਂ ਤੇ ਬੈਠੇ ਨੇ, ਬਾਹਰ ਬੈਠੇ ਨੇ ਠੰਡ ਦੇ ਵਿੱਚ। ਰੋਜ਼ ਠੰਡ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਬਾਹਰ ਲੋਕ ਬੈਠੇ ਨੇ, ਕਿਉਂਕਿ ਜਿਹੜੀਆਂ ਕੋਰਟ ਕਚਹਿਰੀਆਂ ਨੇ ਸਾਰੀਆਂ ਦਿਖਾਵੇ ਦੀਆਂ ਨੇ। ਸਿਰਫ ਦਿਖਾਣ ਦੇ ਦੰਦ ਹੋਰ ਨੇ ਤੇ ਖਾਣ ਦੇ ਦੰਦ ਹੋਰ ਨੇ। ਗਰੀਬਾਂ ਦੇ ਉੱਤੇ ਜਿਹੜੇ ਕਾਨੂੰਨ ਆ ਉਹ ਗਰੀਬਾਂ ਦੇ ਉੱਤੇ ਲਾਗੂ ਹੁੰਦਾ, ਅਮੀਰਾਂ ਦੇ ਉੱਤੇ ਨਹੀਂ ਲਾਗੂ ਹੁੰਦਾ, ਕਿਉਂਕਿ ਅੰਨਾ ਬੋਲਾ ਕਾਨੂੰਨ ਆ। ਇਹ ਕਾਨੂੰਨ ਨੇ ਨਾ ਕਦੇ ਕਿਸੇ ਨੂੰ ਜਸਟਿਸ ਦਿੱਤਾ, ਨਾ ਅੱਗੇ ਦੇਣਾ। ਜਸਟਿਸ ਲੈਣ ਦੇ ਲਈ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ, ਕਿਉਂਕਿ ਪੋਲੀਟੀਕਲ ਲੀਡਰਾਂ ਨੇ, RSS ਨੇ ਲੋਕਾਂ ਨੂੰ ਤਾਦੀ ਜਾਤਾਂ 'ਚ ਵੰਡਿਆ ਸੀ ਕਿ ਲੋਕ ਜਾਤਾਂ 'ਚ ਵੰਡੇ ਰਹਿਣ ਤੇ ਲੋਕਾਂ ਨੂੰ ਕੁੱਟੀ ਜਾਈਏ, ਮਾਰੀ ਜਾਈਏ, ਅਲੱਗ-ਅਲੱਗ ਲੋਕਾਂ ਨੂੰ ਵੰਡ ਕੇ ਰੱਖੀਏ। ਪਰ ਹੁਣ ਲੋਕ ਇਕੱਠੇ ਹੋਏ ਨੇ, ਇਕੱਠੇ ਹੀ ਹੋਏ ਰਹਿਣ ਤਾਦੀ ਮੁਲਕ ਦਾ ਕੋਈ ਸੁਧਾਰ ਹੋ ਸਕਦਾ। ਇਹ ਮੁਲਕ ਨੂੰ ਸੁਧਾਰਨਾ ਲੋਕਾਂ ਨੇ ਹੀ ਆ, ਲੋਕਾਂ ਦੇ ਇਕੱਠ ਨੇ ਹੀ ਸੁਧਾਰਨਾ। ਵੈਸੇ ਇੱਥੇ ਕੋਈ ਸਿਸਟਮ ਸੁਧਰਨ ਵਾਲਾ ਨਹੀਂ ਹੈਗਾ, ਕਿਉਂਕਿ ਸਾਰਾ ਕੁਝ ਵਿਕਾਊ ਆ। ਜਿੰਨੇ ਵੀ ਸਰਕਾਰੀ ਅਦਾਰੇ ਨੇ ਸਾਰੇ ਵਿਕਾਊ ਨੇ। ਫਿਰ ਕਿੱਦਾਂ ਕੰਮ ਲੋਟ ਆ ਜਾਊਗਾ? ਜਿਹੜੀਆਂ ਵੀ ਅੱਜ ਸੁਪਰੀਮ ਕੋਰਟ ਨੇ ਗੱਲਾਂ ਕਰੀਆਂ ਨੇ ਉਹ ਫਜ਼ੂਲ ਦੀਆਂ ਗੱਲਾਂ ਨੇ, ਉਹਨਾਂ ਦਾ ਕੋਈ ਤੱਥ ਨਹੀਂ। ਜੇ ਸੁਪਰੀਮ ਕੋਰਟ ਦੀ ਨਿਗਾਹ ਸਿੱਧੀ ਹੁੰਦੀ, ਸੱਚਮੁੱਚ ਸੁਪਰੀਮ ਕੋਰਟ ਹੁੰਦਾ, ਤਾਂ ਉਸੇ ਵੇਲੇ ਕਹਿੰਦੇ ਜੀ ਕਾਨੂੰਨ ਕੈਂਸਲ, ਕਿਉਂਕਿ ਜੱਜ ਕਰ ਸਕਦੇ ਨੇ ਕਾਨੂੰਨ ਕੈਂਸਲ, ਤੇ ਉਸੇ ਵੇਲੇ ਕਹਿੰਦੇ ਜੀ ਕਾਨੂੰਨ ਕੈਂਸਲ ਕੀਤੇ। ਪਰ ਕਾਨੂੰਨ ਕੈਂਸਲ ਕਰਨ ਦੀ ਗੱਲ ਨਹੀਂ ਹੋ ਰਹੀ, ਲੋਕਾਂ ਨੂੰ ਚੱਕਰਾਂ 'ਚ ਪਾਉਣ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਚੱਕਰਾਂ 'ਚ ਪਾਇਆ ਜਾਵੇ। ਜਿੰਨੇ ਵੀ BJP RSS ਵਾਲੇ ਕੁੱਤੇ ਲੋਕ ਨੇ, ਉਹਨਾਂ ਦਾ ਕੀ ਕਹਿਣਾ ਜੀ, ਬਿੱਲ ਤਾਂ ਕੈਂਸਲ ਨਹੀਂ ਹੁੰਦੇ, ਕਿਉਂਕਿ ਬਿੱਲ ਲੋਕਾਂ ਲਈ ਬਣਾਏ ਗਏ ਨੇ ਜਾਂ ਤੁਹਾਡੇ ਫਾਇਦੇ ਲਈ ਬਣਾਏ ਗਏ ਨੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਲੋਕਾਂ ਦੇ ਹੱਕ ਲਈ ਕਾਨੂੰਨ ਬਣਾਏ ਜਾਂਦੇ ਨੇ, ਬਲਕਿ ਪੋਲੀਟੀਕਲ ਲੀਡਰਾਂ ਦੇ ਹੱਕ ਲਈ ਨਹੀਂ ਬਣਾਏ ਜਾਂਦੇ। ਪਰ ਇਹ ਕਹਿੰਦੇ ਜੀ ਅਸੀਂ ਨਹੀਂ ਕੈਂਸਲ ਕਰਨੇ। ਪਰ ਇਹ ਕਾਨੂੰਨ ਕੈਂਸਲ ਜ਼ਰੂਰ ਹੋਣਗੇ, ਪਰ ਕਾਨੂੰਨ ਕੈਂਸਲ ਹੋਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਊਗਾ, ਕਿੰਨੇ ਕੁ ਘਰਾਂ ਦੇ ਦੀਵੇ ਬੁਝਣਗੇ। ਇਹ ਤਾਂ ਸਮੇਂ-ਸਮੇਂ ਦੇ ਨਾਲ ਸਾਰਾ ਕੁਝ ਸਭ ਦੇ ਸਾਹਮਣੇ ਹੀ ਹੋਣਾ, ਕਿਉਂਕਿ ਬੜੇ ਹੀ ਇਹ ਘਟੀਆ ਕਿਸਮ ਦੇ ਪੋਲੀਟੀਕਲ ਲੀਡਰ ਨੇ। ਇਨਸਾਨੀਅਤ ਲਈ ਤਾਂ ਇਹ ਕਲੰਕ ਲੋਕ ਨੇ। ਇਹਨਾਂ ਨੇ ਕਾਨੂੰਨ ਇੰਨੀ ਜਲਦੀ ਕਿੱਥੇ ਵਾਪਸ ਕਰਨੇ ਨੇ? ਪਰ ਡਰਾਮੇ ਅਜੇ ਬਹੁਤ ਕਰਨਗੇ, ਬੜੀਆਂ ਰਾਜਨੀਤੀਆਂ ਖੇਡਣਗੇ, ਬੜੇ ਦਾਅ ਪੇਚ ਖੇਡਣਗੇ। ਸਾਰੇ ਪੋਲੀਟੀਕਲ ਗੁੰਡੇ ਕੁੱਤੇ ਇਕੱਠੇ ਹੋ ਕੇ ਅਜੇ ਪਤਾ ਨਹੀਂ ਕਿਹੜੇ-ਕਿਹੜੇ ਦਾਅ ਖੇਡਣਗੇ। ਜਿਹੜੇ ਵੀ ਦਾਅ ਖੇਡਣਗੇ ਰੋਜ਼ ਲੋਕਾਂ ਦੇ ਸਾਹਮਣੇ ਹੀ ਆਉਣੇ ਨੇ। ਹੁਣ ਆਪਾਂ ਪੂਰੇ ਭਾਰਤ ਦੀਆਂ ਤੇ ਵਰਲਡ ਦੀਆਂ ਖਬਰਾਂ ਦੇਖਦੇ ਹਾਂ। ਜੋ ਸਾਡੇ ਸਾਹਮਣੇ ਅੱਜ ਖਬਰਾਂ ਸਾਹਮਣੇ ਆਈਆਂ ਨੇ, ਉਹ ਕਤਲ ਨੂੰ ਲੈ ਕੇ, ਬਲਾਤਕਾਰ ਦੀਆਂ, ਲੁੱਟਾਂ ਖੋਹਾਂ ਦੀਆਂ, ਚੋਰੀਆਂ ਦੀਆਂ, ਡਕੈਤੀਆਂ ਦੀਆਂ, ਉਹ ਸਾਰੀਆਂ ਖਬਰਾਂ ਹੁਣ ਆਪਾਂ ਰੈਗੂਲਰ ਦੇਖਦੇ ਹਾਂ। ਆਓ ਦੇਖੀਏ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਇੱਕ ਪਾਸੇ ਟੈਂਕ ਚੱਲਣਗੇ ਤਾਂ ਦੂਸਰੇ ਪਾਸੇ ਸਾਡੇ ਤਿਰੰਗਾ ਲੱਗੇ ਹੋਏ ਟਰੈਕਟਰ। ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਵਿੱਚ ਇੱਕ ਪਾਸੇ ਟੈਂਕ ਚੱਲਣਗੇ ਤੇ ਦੂਸਰੇ ਪਾਸੇ ਸਾਡਾ ਤਿਰੰਗਾ ਲੱਗੇ ਹੋਏ ਟਰੈਕਟਰ ਚੱਲਣਗੇ।
ਉਹ ਸਾਡੇ ਤੇ ਲਾਠੀਆਂ ਚਲਾਉਣਗੇ ਅਤੇ ਅਸੀਂ ਰਾਸ਼ਟਰੀ ਗੀਤ ਗਾਵਾਂਗੇ। ਬਾਗਪਤ ਵਿੱਚ ਬੜੌਤ ਵਿੱਚ ਕਿਸਾਨਾਂ ਦੇ ਧਰਨੇ 'ਚ ਪਹੁੰਚੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ। ਜਲੰਧਰ ਦੇ ਗਾਜੀ ਮੁਹੱਲੇ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਧਰ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਦੇ ਉੱਪਰ ਕਤਲ ਦੇ ਇਲਜ਼ਾਮ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਤਲ ਹੋਣ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਨੂੰ ਉਸ ਦੇ ਦੋਸਤ ਆਪਣੇ ਨਾਲ ਘਰੋਂ ਬੁਲਾ ਕੇ ਨਾਲ ਲੈ ਗਏ ਸਨ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਇੱਕ ਪਿੰਡ ਦੇ ਅਧੀਨ ਗਲੀ ਦਾ ਨਿਰਮਾਣ ਕਰਵਾ ਰਹੇ ਸਰਪੰਚ ਮੈਂਬਰ ਅਤੇ ਮਜ਼ਦੂਰਾਂ ਤੇ ਕੁਝ ਵਿਅਕਤੀਆਂ ਦੇ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇੰਨਾ ਹੀ ਨਹੀਂ, ਆਰੋਪੀਆਂ ਨੇ ਉਕਤ ਵਿਅਕਤੀਆਂ ਦੇ ਨਾਲ ਧੱਕੇਸ਼ਾਹੀ ਤੋਂ ਇਲਾਵਾ ਨਵੀਂ ਬਣੀ ਗਲੀ ਵੀ ਢਾਹ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਤਰਨਤਾਰਨ ਵਿਖੇ ਘਰੋਂ ਪਤੰਗ ਲੈਣ ਗਏ ਇੱਕ 7 ਸਾਲਾਂ ਦੇ ਬੱਚੇ ਦੇ ਨਾਲ ਉਸਦੇ ਹੀ ਗਵਾਂਢੀ ਵੱਲੋਂ ਬੱਚੇ ਨੂੰ ਡਰਾ ਧਮਕਾ ਕੇ ਉਸਦੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਲੜਕੇ ਦੇ ਪਿਤਾ ਨੇ ਜਦੋਂ ਉਕਤ ਆਰੋਪੀ ਨੂੰ ਮੌਕੇ ਤੇ ਦੇਖਿਆ ਤਾਂ ਉਹ ਉੱਥੋਂ ਭੱਜ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਚੌਹਾਨ ਨੇੜੇ 3 ਨਕਾਬਪੋਸ਼ ਲੁਟੇਰਿਆਂ ਨੇ ਆਪਣੇ ਪੁੱਤਰ ਦਾ ਵਿਆਹ ਕਰਕੇ ਵਾਪਸ ਆ ਰਹੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਫਿਲਹਾਲ ਪੁਲਿਸ ਨੇ 3 ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਛੀਵਾੜੇ ਦੇ ਸਮਰਾਲਾ ਰੋਡ ਤੇ ਸਥਿਤ ਇੱਕ ਟਾਇਰਾਂ ਦੇ ਸ਼ੋਰੂਮ ਵਿੱਚੋਂ ਚੋਰਾਂ ਨੇ ਸੰਨ ਲਗਾਉਂਦੇ ਹੋਏ 10 ਲੱਖ ਰੁਪਏ ਦੇ ਟਾਇਰ ਚੋਰੀ ਕਰ ਦਿੱਤੇ। ਜਾਣਕਾਰੀ ਦੇ ਮੁਤਾਬਿਕ ਚੋਰਾਂ ਨੇ ਸ਼ੋਰੂਮ ਦਾ ਸ਼ਟਰ ਤੋੜ ਕੇ ਚੋਰੀ ਕੀਤੇ ਟਾਇਰ ਆਪਣੇ ਕਿਸੇ ਨਿੱਜੀ ਵਾਹਨ ਦੇ ਵਿੱਚ ਨਾਲ ਲੱਦ ਕੇ ਲੈ ਗਏ। ਪੁਲਿਸ ਦੇ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਿਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਅੰਮ੍ਰਿਤਸਰ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ 1 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਘਪਲਾ ਸਾਹਮਣੇ ਆਉਣ ਤੋਂ ਬਾਅਦ 4 ਪ੍ਰਾਈਵੇਟ ਹਸਪਤਾਲਾਂ ਨੂੰ ਯੋਜਨਾ ਵਿੱਚੋਂ ਹੀ ਬਾਹਰ ਕੱਢ ਦਿੱਤਾ ਅਤੇ ਜ਼ਿਲ੍ਹੇ ਦੇ 87 ਪ੍ਰਾਈਵੇਟ ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕੁਝ ਪ੍ਰਾਈਵੇਟ ਹਸਪਤਾਲ ਤਾਂ ਅਜਿਹੇ ਹਨ ਜੋ ਫਰਜ਼ੀ ਮਰੀਜ਼ ਵਿਖਾ ਕੇ ਸਰਕਾਰੀ ਰਾਸ਼ੀ ਨੂੰ ਚੂਨਾ ਲਗਾ ਰਹੇ ਸਨ। ਜਲਾਲਾਬਾਦ ਹਲਕੇ ਦੇ ਅੰਦਰ ਨਸ਼ੇ ਦੀ ਪੂਰਤੀ ਕਰਨ ਦੇ ਲਈ ਅਕਸਰ ਹੀ ਨਸ਼ੇੜੀ ਲੋਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਥਾਣਾ ਵੈਰੋਕੋ ਦੇ ਅਧੀਨ ਪੈਂਦੇ ਪਿੰਡ ਕਾਠਗੜ੍ਹ ਵਿਖੇ ਬੀਤੀ ਦੇਰ ਰਾਤ ਇੱਕ ਘਰ ਦੇ ਵਿੱਚ ਚੋਰੀ ਕਰਨ ਦੀ ਨੀਅਤ ਦੇ ਨਾਲ ਆਏ ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਆਪਣੇ ਬਚਾਓ ਦੇ ਲਈ ਲੋਕਾਂ ਤੇ ਹਵਾਈ ਫਾਇਰਿੰਗ ਕੀਤੀ ਗਈ, ਜਿਸ ਵਿੱਚ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਿਸ ਤੋਂ ਬਾਅਦ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਜਿਨ੍ਹਾਂ ਨੇ ਚੋਰ ਨੂੰ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਪਿਸਤੌਲ ਦੇ ਸਮੇਤ ਕਾਬੂ ਕਰਕੇ ਉਸ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਬਾਅਦ ਦੇ ਵਿੱਚ ਥਾਣਾ ਵੈਰੋਕੋ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਲੁਧਿਆਣਾ ਦੇ ਅਸ਼ੋਕ ਨਗਰ ਇਲਾਕੇ ਵਿੱਚ ਰਹਿਣ ਵਾਲੀ ਇੱਕ 28 ਸਾਲਾਂ ਦੀ ਸਕੂਲ ਦੀ ਅਧਿਆਪਕਾ ਨੇ ਆਪਣੇ ਹੀ ਸਹੁਰਿਆਂ ਤੇ ਦਾਜ ਦੇ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਉਸ ਦੇ ਪਤੀ ਅਤੇ ਸੱਸ ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਨੌਰੀ ਦੇ ਸਥਾਨਕ ਮੇਨ ਬਾਜ਼ਾਰ ਦੇ ਵਿੱਚ ਘਿਓ ਚੀਨੀ ਦੀ ਹੋਲਸੇਲ ਦੁਕਾਨ ਤੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਕਰੀਬ 2.5 ਲੱਖ ਰੁਪਏ ਦੀ ਖੋਹ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਥਾਣਾ ਖਨੌਰੀ ਪੁਲਿਸ ਨੇ ਨਾਮਾਲੂਮ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜੇਪੀ ਟ੍ਰੇਡਿੰਗ ਕੰਪਨੀ ਖਨੌਰ ਦੇ ਮਾਲਕ ਜੈਪਾਲ ਗੋਇਲ ਠੇਕੇਦਾਰ ਨੇ ਘਟਨਾ ਦੇ ਬਾਰੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਅੱਜ ਵੀ ਸ਼ਾਮ ਨੂੰ ਪੈਸਿਆਂ ਦਾ ਹਿਸਾਬ ਕਰ ਰਹੇ ਸਨ ਕਿ ਇਸੇ ਦੌਰਾਨ 3 ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਦੀ ਦੁਕਾਨ ਤੇ ਆ ਗਏ, ਜਿਨ੍ਹਾਂ ਵਿੱਚੋਂ 2 ਲੁਟੇਰੇ ਉਸ ਦੀ ਦੁਕਾਨ ਦੇ ਅੰਦਰ ਆ ਕੇ ਘਿਓ ਚੀਨੀ ਦਾ ਰੇਟ ਪੁੱਛਣ ਲੱਗੇ, ਜਦਕਿ ਤੀਸਰਾ ਨੌਜਵਾਨ ਦੁਕਾਨ ਦੇ ਬਾਹਰ ਹੀ ਖੜਾ ਰਿਹਾ, ਜਿਸ ਨੇ ਦੁਕਾਨ ਦਾ ਬਾਹਰੋਂ ਸ਼ਟਰ ਬੰਦ ਕਰ ਦਿੱਤਾ। ਦੁਕਾਨ ਦੇ ਅੰਦਰ ਖੜੇ ਲੁਟੇਰਿਆਂ ਨੇ ਪਿਸਤੌਲਾਂ ਕੱਢ ਕੇ ਉਹਨਾਂ ਤੇ ਤਾਣ ਲਈਆਂ ਤੇ ਦੁਕਾਨ ਦੇ ਅੰਦਰ ਪਏ ਸਾਰੇ ਪੈਸੇ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ ਗਿਆ। ਉਹਨਾਂ ਨੇ ਦੱਸਿਆ ਕਿ ਉਸ ਵੇਲੇ ਦੁਕਾਨ ਦੇ ਅੰਦਰ ਕਰੀਬ 2.5 ਲੱਖ ਰੁਪਏ ਪਏ ਸਨ, ਜਿਹੜੇ ਉਕਤ ਲੁਟੇਰੇ ਖੋਹ ਕੇ ਫਰਾਰ ਹੋ ਗਏ। ਬੁੱਧਵਾਰ ਨੂੰ ਕੈਪੀਟਲ ਦੇ ਵਿੱਚ ਹਿੰਸਾ ਭੜਕਾਉਣ ਦੇ ਵਿੱਚ ਭੂਮਿਕਾ ਦੇ ਲਈ ਡੈਮੋਕ੍ਰੇਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਲਈ ਵੋਟ ਦੇਣਗੇ। ਹਾਊਸ ਦੀ ਸਪੀਕਰ ਨੈਂਸੀ ਪੈਲੋਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡੈਮੋਕ੍ਰੇਟਸ ਨੂੰ ਲਿਖੇ ਪੱਤਰ ਵਿੱਚ ਪੇਸ ਨੇ ਕਿਹਾ ਹੈ ਕਿ ਅਮਰੀਕੀ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਦੇ ਲਈ ਅਸੀਂ ਕੰਮ ਕਰਾਂਗੇ। ਉਹਨਾਂ ਨੇ ਅੱਗੇ ਲਿਖਿਆ ਕਿ ਟਰੰਪ ਦਾ ਇਹ ਕੰਮ ਅਮਰੀਕੀ ਸੰਵਿਧਾਨ ਅਤੇ ਲੋਕਤੰਤਰ ਦੋਵਾਂ ਦੇ ਲਈ ਖਤਰੇ ਦੀ ਅਗਵਾਈ ਕਰਦਾ ਹੈ। ਭਾਰਤ ਦੇ ਕਿਸਾਨਾਂ ਨੂੰ ਜਿੱਥੇ ਪੂਰੇ ਦੇਸ਼ ਵਿੱਚੋਂ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਵਿਦੇਸ਼ੀ ਧਰਤੀ ਤੇ ਵੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਕੈਨੇਡਾ ਵਿੱਚ ਰੈਲੀਆਂ ਦਾ ਦੌਰ ਜਾਰੀ ਹੈ। ਓਟਾਵਾ ਦੇ ਵਿੱਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੇ ਵਿੱਚ ਓਟਾਵਾ ਵਿੱਚ ਵਸਦੇ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਸੀ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਦੇ ਹੌਰਨ ਵਜਾ ਕੇ ਭਾਰਤੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼। ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।